ਨਦੀਮ ਤੇਰਾ ਬਿਰਾ ਨਾ ਹੁਣ ਅੱਜ ਅਮਜਦ ਬਿਰਾ ਹਾਂ ਆ ਜਾਂਦਾ ਹੁਣੇ। ਮੈਂ ਅਖਤਰ ਨੂੰ ਗੱਲਿਆ ਡਰਾਈਵਰ ਨੂੰ, ਉਹ ਲੈਣ ਗਿਆ ਹੋਇਆ। ਸ਼ਾਮੀ ਆਉਸੀ ਗਿਆ? ਨਹੀਂ ਹੁਣੇ ਆਉਣਾ, ਲਾਹੌਰ ਪਹੁੰਚ ਗਿਆ ਹੈ। ਮੈਨੂੰ ਅਖਤਰ ਬੁੱਟੇ ਕੇ ਦੱਸਿਆ ਕਿ ਮੈਂ ਲੈ ਕੇ ਆਉਂਦਾ ਪਿਆ, ਬਸ ਪਹੁੰਚਣ ਵਾਲਾ। ਸਹੀ। ਤੇ ਤੇਰੇ ਵੀਜ਼ੇ ਦਾ ਕੀ ਬਣਿਆ? ਭਾਈ ਹੁਣ ਆਉਂਦਾ ਪਿਆ ਨਾ ਤੇ ਵੀਜ਼ੇ ਦਾ ਵੀ ਹੋ ਜਾਸੀ, ਮੈਂ ਨਾਲ ਲੈ ਕੇ ਜਾਸੀ। ਤੈਨੂੰ ਮੈਂ ਆਖਿਆ ਵੀ ਨਹੀਂ ਅੰਜੇ ਤੂੰ ਉਹਦੇ ਨਾਲ ਗੱਲ ਕੀਤੀ, ਤੂੰ ਵੀਜ਼ਾ ਨਾ ਅੱਜ ਬਣਵਾ, ਤੂੰ ਮੈਥੋਂ ਬਗੈਰ ਰਹਿ ਬੋਸੇ ਗਿਆ। कमलिया थोड़े दिन रह गया तो मैं तेरे नाल बुला लेसा। अस्सलाम वालेकुम। वालेकुम सलाम। और जी भाईजान और जी जी बो ठड्डा वेखे ना गड़े दा पानी हाँ वो तो पिवातरे बड़ी लगी जे गड़े दा ना होवे ना तो नलका चंगा गेड़ के ना गिलास एक ठड्डा पानी। ठीक है भाईजान। मैं शाबाश। की हाल है? ठीक बड़ी गप्पा शप्पा हो रही है। गप्पा हो रही पुछदी पई ये भाई किस ले आना, मैं कहा आवन वाला पहुंचण वाला। अख्तर नु भेजिया है बुट्टे नु, ले के आवन वाला है। ਅਸੀਂ ਤਾਂ ਫਰਿਸ਼ਤੇ ਐਸੇ ਜਿਸ ਟਾਈਮ ਯਾਦ ਕਰੋ ਠੱਪ ਲੱਗਦੇ। ਤੇ ਮੈਨੂੰ ਪਿਆਦੀ ਤੂੰ ਕਦੋਂ ਜਾਣਾ ਹੈ? ਅੱਛਾ ਦੱਸਿਆ ਨੂੰ? ਹਾਂ ਮੈਂ ਦੱਸਿਆ, ਮੈਂ ਕਿਹਾ ਭਾਈ ਨਾਲ ਆਉਂਦਾ ਪਿਆ, ਉਸ ਲੈ ਕੇ ਆਣਾ ਵੀਜ਼ਾ, ਮੈਂ ਨਾਲ ਲੈ ਕੇ ਜਾਣਾ ਸੀ। ਤੇਰਾ ਦੁਬਈ ਜਾਣਾ ਜ਼ਰੂਰੀ ਹੈ? ਭਾਈਜਾਨ ਤੁਹਾਨੂੰ ਦੱਸਿਆ ਭਾਈ ਲੈ ਕੇ ਜਾਂਦਾ ਪਿਆ ਤੇ ਉਸ ਸਾਰਾ ਖਰਚਾ ਕਰਨਾ ਹੈ। ਮੈਨੂੰ ਤਾਂ ਸ਼ੌਂਕ ਆ ਇੱਥੇ ਵੇਖਣ ਦੀ ਦੁਬਈ, ਤੇ ਸਾਰਾ ਖਰਚਾ ਮੇਰੇ ਭਾਈ ਕਰਨਾ ਹੈ। ਚਲੋ ਕੋਈ ਨਹੀਂ, ਮੈਂ ਉੱਥੇ ਦੁਬਈ ਵੇਖ ਲੈਸਾਂ ਤੇ ਕੰਮ ਧੰਦਾ ਵੀ ਕਰਦਾ ਰਹਾਂ। भाईजान पानी। ਯਾਰ ਵੈਸੇ ਇੱਕ ਗੱਲ ਹੈ ਨਦੀਮ ਅੱਗਾ, ਤੇਰੀ ਆਪਣੀ ਮਰਜ਼ੀ, ਇੱਥੇ ਵੀ ਤਾਂ ਦੁਨੀਆ ਕੰਮ ਕਰੇਂਦੀ ਪਈ ਹੈ ਤੇ ਲੇਕਿਨ ਜਿਹੜੇ ਇੱਥੇ ਹਨ ਨਾ ਜੋ ਕੰਮ ਕਰ ਰਹੇ ਉਹਨਾਂ ਉੱਥੇ ਵੀ ਕਰਨਾ, ਤੇ ਜਿਹੜੇ ਇੱਥੇ ਵੇਲੇ ਨੂੰ ਨਾ ਉੱਥੇ ਵੇਲੇ ਰਹਿਣਾ। ਮੈਨੂੰ ਲੱਗਦਾ ਜੋ ਤੂੰ ਇੱਥੇ ਕਰੇਂਦਾ ਪਿਆ ਨਾ ਉਹ ਤੂੰ ਉੱਥੇ ਵੀ ਉਹੀ ਕਰਨਾ। ਭਾਈਜਾਨ ਵੇਖ ਲਓ, ਭਾਈਜਾਨ ਦੇ ਸਾਹਮਣੇ ਤੁਸੀਂ ਗੱਲ ਨਹੀਂ ਕਰਨੀ, ਟੰਗ ਨਹੀਂ ਅੜਾਵਣੀ ਬੇ, ਉਹ ਮੈਨੂੰ ਲੈ ਹੀ ਨਾ ਜਾਸੀ। ਤੇਰੀ ਮਿਹਰਬਾਨੀ, ਉਹਨੇ ਨਾ ਗੱਲ ਕਰੀ। ਇਹਦਾ ਮਤਲਬ ਹੈ ਤੂੰ ਪੱਕਾ ਇਰਾਦਾ ਕਰ ਚੁੱਕਾ? ਹਾਂ ਮੈਂ ਜਾਣਾ ਹੈ, ਇਨਸ਼ਾਅੱਲਾ ਜਾਣਾ ਹੈ। ਅੱਗੇ ਮੰਮੀਆਂ ਦੇ ਨਹੀਂ ਖਪਦੀ ਪੈਸੂ, ਤੂੰ ਕਿਉਂ ਜਾਣਾ ਹੈ? ਬਿਰਾ ਤੇਰਾ ਦੂ ਸਾਲਾਂ ਬਾਅਦ ਆਉਂਦਾ ਹੈ, ਸ਼ੁਕਰ ਹੁੰਦੀ ਸ਼ਾਦੀ ਨਹੀਂ ਹੋਈ ਤੇ ਮੈਥੋਂ ਬਗੈਰ ਰਹਿ ਪੋਸੀ ਗਿਆ। ਕਮਲੀਆ ਤੇ ਤੈਨੂੰ ਵੀ ਉੱਥੇ ਬੁਲਾ ਲੈਸਾਂ। ਅੰਜੇ ਗੱਲਾਂ ਹੀ ਹੁੰਦੀਆਂ, ਤੂੰ ਮੈਂ ਜਿਹੜਾ ਉੱਥੇ ਬੁਲਾਣਾ ਹੈ। ਹੁਣ ਆਦਾ ਜੀ ਪਿਆ ਨਾ ਫਨਾ ਸ਼ੁਰੂ ਕਰ ਦਿੱਤੀ ਤੂੰ ਵੀ ਤੇ ਮੇਰੇ ਵਿਰਾਹ ਵਿੱਚ। ਨਹੀਂ ਮੇਰੀ ਤਾਂ ਹੁਣ ਤੇਰੇ ਨਾਲ ਪੱਕੀ ਹੋ ਗਈ, ਮੈਂ ਨਾ ਕੋਈ ਇਤਰਾਜ਼ ਨਾ ਕਰੇ ਤੇ ਕੋਈ ਜਿਹੜਾ ਨਾ ਕਿਸੇ ਤਰ੍ਹਾਂ ਦਾ, ਤੂੰ ਤੇਰੇ ਵਾਸਤੇ ਦੁਆ ਕਰੇ ਵੀ ਤੂੰ ਜਾ ਤੇ ਆਪਣਾ ਕਮਾ ਖਾ, ਠੀਕ ਹੈ? ਮਿਹਰਬਾਨੀ। ਹੁਣ ਹੱਸ ਤਾਂ ਸਹੀ। ਨਹੀਂ ਮਿਹਰਬਾਨੀ ਭਾਈਜਾਨ। ਵੇਖੋ ਨਾ ਮੈਂ ਭਾਈ ਦਾ ਲੈ ਕੇ ਜਾਂਦਾ ਪਿਆ, ਖਰਚਾ ਜੋ ਸਾਰਾ ਕਰਨਾ ਹੈ। ਠੀਕ ਤੇ ਵੇਖ ਲੈਨੇ ਦੁਬਈ ਮੋੜੇ ਕਰੀ ਬਈ, ਬੜੇ ਬੜੇ ਜਾ ਕੇ ਤੇ ਉੱਥੋਂ ਮੁੜ ਪਿੱਛੋਂ ਹਰ ਸ਼ਬ ਭੁੱਲ ਜਾਂਦੇ, ਮੁੜ ਰਾਬਤੇ 'ਚ ਨਹੀਂ। ਉਹ ਨਹੀਂ ਤੁਸੀਂ ਭਾਈ ਅਮਜਦ ਦੀ ਗੱਲਾਂ ਤੇ ਭੁੱਲੇ ਹੋ, ਮੈਂ ਤਾਂ ਜਾਣਾ ਤੇ ਰੋਜ਼ਾਨਾ ਤੁਹਾਨੂੰ ਕਾਲ ਕਰਤੀ ਕਰਨੀ। ਵਿਕਸਾ ਹੈ ਗਿਆ ਮੋੜੇ ਵੀ ਦਿਨ ਕਦੀ ਉਸੀ ਗਿਆ। ਤੂੰ ਦਾ ਟਾਈਮ ਐਵੇਂ ਹੀ ਗੱਲਾਂ ਪਿਓ ਕਿਤੇ ਜਾਉਂ ਏ? ਉਹ ਯਾਰ ਪੱਠੇ ਵੱਢ ਕੇ ਗਾਂ ਨੂੰ ਪਾਵਾਂ, ਸਵੇਰ ਦੀ ਭੁੱਖੀ ਖਲੋਤੀ ਏ। ਅੱਬਾ ਗੱਲ ਏ ਸਾਰੀ ਉਮਰ ਤੋਂ ਕੰਮ ਕੀਤਾ ਹੈ ਤੇ ਹੁਣ ਬਹਿ ਜਾਵੇਂ ਅਸੀਂ ਜੋ ਹੋ ਪਿਆ ਕੰਮ ਕਰਨ ਵਾਸਤੇ ਤੇ ਬਾਹਰ ਅਸੀਂ ਪੱਗਾਂ ਬੰਨ ਕੇ ਵਧੇ ਹੋਨੇ, ਸ਼ਰੀਕ ਗੱਲਾਂ ਕਰਿੰਦੇ ਨੇ ਵੀ ਵੇਖ ਲੋ ਤੁਹਾਡਾ ਬੁੱਢੜਾ ਪਿਓ ਅਜੇ ਤੱਕ ਪੱਠੇ ਤੇ ਉਹ ਅਜੇ ਮਜ਼ਦੂਰੀ ਏ। ਖੁਦਾ ਦਾ ਨਾਂ ਹੁਣ ਬਹਿ ਜਾ ਤੇ ਸਾਨੂੰ ਹੁਣ ਕੋਈ ਕਰਕੇ ਵੀ ਖਾਵਣ। ਓਏ ਤੁਸੀਂ ਕਹਿੰਦੇ ਹੋ ਮੈਂ ਬਹਿ ਜਾਵਾਂ ਹੈ? ਜੇ ਮੈਂ ਬਹਿ ਗਿਆ ਨਾ 10-15 ਦਿਨ ਤੇ ਮੈਂ ਮੰਜੀ ਤੇ ਲੰਮਾ ਪੈ ਜਾਣਾ। ਉਹ ਕੰਮ ਕਰਨ ਨਾਲ ਸਿਹਤ ਬਣਦੀ ਏ। ਪੱਠੇ ਵੱਡੇ, ਗਾਂ ਅੱਗੇ ਪਾਏ, ਦੁੱਧ ਚੋਇਆ, ਧਾਰਾਂ ਕੱਢੀਆਂ, ਤਾਜ਼ਾ ਦੁੱਧ ਪੀਤਾ ਤੇ ਬੰਦਾ ਫਿੱਟ ਰਹਿੰਦਾ। ਗੱਲ ਤਾਂ ਤੂੰ ਅੱਬਾ ਬੜੀ ਸਹੀ ਕੀਤੀ ਹੈ, ਲੇਕਿਨ ਥੋੜਾ ਜਿਹਾ ਉਮਰ ਦਾ ਤਕਾਜ਼ਾ ਵੀ ਮੁੜ ਵੇਖਿਆ ਕਰਨਾ। ਕੋਈ ਨਹੀਂ, ਉਮਰ ਦੀ ਕੋਈ ਗੱਲ ਨਹੀਂ। ਨਾਲੇ ਗੱਲ ਸੁਣੋ, ਅਜੇ ਅਮਜਦ ਪੁੱਤਰ ਆਣਾ ਹੋਇਆ। ਅਮਜਦ ਨਾਲ ਰਾਬਤਾ ਹੈ ਮੇਰਾ ਪਿਓ ਤੇ ਉਹ ਬਿਲਕੁਲ ਨੇੜੇ ਹੀ ਹੈ, ਪਹੁੰਚਣ ਵਾਲਾ ਹੈ। ਅੱਛਾ ਹਾਂ ਅਸੀਂ ਬਿਲਕੁਲ ਰਾਬਤੇ 'ਚ ਹਾਂ ਤੇ ਹੁਣ ਇਨਸ਼ਾਅੱਲਾ ਜਲਦੀ ਸਾਡਾ ਬਿਰਾ ਤੇ ਤੁਹਾਡਾ ਪੁੱਤਰ ਬਿਲਕੁਲ ਅਮਦਾ ਹੀ ਪਿਆ ਜੀ। ਹਾਂ ਜੂ ਆਵੇ ਨਾ ਹਾਂ ਮੈਨੂੰ ਇਤਲਾਹ ਦੇਣੀ ਹੈ। ਕਿਉਂ ਨਹੀਂ ਸਭ ਦੇਣੀ? ਤੋਂ ਪਹਿਲੇ ਮੈਂ ਆਪਣੇ ਪੁੱਤਰ ਨੂੰ ਮੈਂ ਮਿਲਾਂਗਾ। ਠੀਕ ਹੋ ਗਿਆ। ਜ਼ਹਿਰ 2 ਸਾਲ ਬਾਅਦ ਆਉਂਦਾ ਪਿਆ, ਮੁਨੱਬੇ ਤੋਂ ਪਹਿਲੇ ਮਿਲਣਾ ਹੱਕ ਦਾ ਬਣਦਾ। ਅੱਬਾ ਵੀ ਯਾਰ ਬਾਦਸ਼ਾਹ ਬੰਦਾ, ਲੋਕ ਗੱਲ ਕਰਿੰਦੇ ਨੇ ਪਿਓ ਤੂੰ ਨੰਗਾ ਤੇ ਪੁੱਤਰਾਂ ਦੀਆਂ ਲੰਮੀਆਂ ਡਬਕਾ, ਤੂੰ ਕੋਈ ਸਮਝਾਇਆ ਕਰ ਯਾਰ। ਤੁਸੀਂ ਜੀ ਸਮਝਾਉਂਦੇ ਹੋ, ਵੱਡੇ ਤੁਸੀਂ ਹੋ। ਉਹ ਨਿੱਕਿਆਂ ਨਾਲ ਢੇਰ ਪਿਆਰ ਹੁੰਦਾ। ਉਹ ਨਹੀਂ ਆ ਕੇ ਲੱਗਦਾ, ਉਹ ਆਪਣੀ ਮਰਜ਼ੀ ਕਰਦਾ। ਉਹ ਆਂਦਾ ਪਸੀਨਾ ਆਉਂਦਾ ਕੰਮ ਕਿਤੇ ਆ। ਤੁਸੀਂ ਆ ਵੇਖ ਲਓ ਹੁਣੇ ਲਈ ਬੁੱਢੇ ਲੱਗਦੇ ਪਿਓ ਸ਼ਕਲਾਂ ਤੇ ਮੈਂ ਵੇਖ ਲਾ ਜਵਾਨ ਰੱਤਾ ਲਾਲ। ਉਹ ਸਿੱਤਾ ਉਹਨਾਂ ਨਹੀਂ ਸੇ ਵਜਾ ਤੂੰ ਐਨ। ਵੈਸੇ ਅੱਬੇ ਦੀ ਇੱਕ ਗੱਲ ਠੀਕ ਹੈ, ਜਿਹੜਾ ਬੰਦਾ ਬਹਿ ਜਾਵੇ ਨਾ ਉਹ ਉੱਕਾ ਹੀ ਬਹਿ ਜਾਂਦੇ ਤੇ ਜੋੜ ਹੀ ਫਰੀ ਜਾਂਦੇ। ਨਹੀਂ ਇਹ ਤਾਂ ਹਰਕਤ 'ਚ ਬਰਕਤ। ਠੀਕ ਬਜਾ ਫਰਮਾ ਰਹੇ। ਚਲੋ ਦੁਨੀਆ ਦਾ ਤਾਂ ਮੂੰਹ ਨਹੀਂ ਟਕਿੰਦਾ, ਅੱਬੇ ਹੋਰੀ ਮਰਜ਼ੀ ਮੈਂ ਮਰਜ਼ੀ ਕਰੇ। ਹੁਣ ਪਿਛਲੀ ਉਮਰ ਅਸੀਂ ਉਹਨਾਂ ਨੂੰ ਸਿਖਾ ਸਕਦੇ ਹਾਂ। ਵੇਖ ਲਓ ਤੁਹਾਡੀ ਲੱਤਾਂ ਨੜਦੀਆਂ ਨੇ। ਉਹ ਵੇਖ ਤਕੜੇ ਵਧੇ ਨੇ ਤੁਹਾਡੇ ਨਾਲ ਭਾਈਜਾਨ। ਇੰਜ ਨਾ ਬੁੱਢਾ ਬਣ ਬਣਾ ਵਾਲੇ ਤੂੰ ਦੁਬਈ ਜਾਂਦਾ ਫੇ ਤੇ ਹੁਣੇ ਬਦੀਦ ਹੋਇਆ। ਨਹੀਂ ਭਾਈਜਾਨ ਵੇਖ ਲਓ ਫਿਰ ਤੋਂ ਅੱਗੇ ਦੋਸਤ ਮੈਂ ਸੱਦੇ ਹੁਣ ਆਂਦੇ ਹੋ ਭਾਈ
ਭਾਈ ਅਸੀਂ ਆ ਦੋਸਤ ਵੀ ਅਸੀਂ ਦੋਸਤ ਵੀ ਹੈ ਪਰ ਜਿਹੜੀ ਦਿਲ ਦੀ ਗੱਲ ਹੈ ਨਾ ਤੇਰੇ ਮੂੰਹ ਤੇ ਆ ਹੀ ਗਈ ਹੈ। ਨਹੀਂ ਵੇਖ ਲਓ ਕਿਉਂ ਸਾਰਾ ਆਈ ਹੈ ਨਾ ਵੇਖ ਲੈ ਸਵਾਣੀਆਂ ਮੈਂ ਧਾਨੇ ਨਾ ਮਾਰੋ ਮੈਂ ਭਾਈ ਕੀ ਜਾਨ ਆਖਣਾ ਆਪਸ ਵਿੱਚ ਤੁਹਾਡੀ ਗੱਲ ਹੈ ਆਸਾ ਮਜ਼ਾਕ ਪਕੜਦੇ ਹੋ ਤੂੰ ਬਾਬਾ ਜੋ ਮਰਜ਼ੀ ਆਖ ਮੈਂ ਤੇ ਛੋਰਾਂ ਭੁੜਕਦਾ ਵਦਾ ਮੈਂ ਤਾਂ ਉਸ ਭੁੜਕਦਾ ਵਜ੍ਹਾ ਤੋਂ ਗੱਲ ਕੀਤੀ ਲੱਸੀਆਂ ਪੀਂਦੇ ਨੇ ਮੱਖਣ ਖਾਂਦੇ ਨੇ ਬੇਹੀਆਂ ਰੋਟੀਆਂ ਖਾਂਦੇ ਨੇ ਸਿਹਤ ਹੈ ਅਸੀਂ ਆਨੇ ਜਿੱਤਾਂ ਦੀ ਘਿਓ ਵਾਲੀ ਚੋਪੜੀ ਹੋਈ ਨਾ ਹੋਵੇ ਹਾਏ ਐਸਾ ਖਾਣੀ ਨਹੀਂ ਦੇਸੀ ਘਿਓ ਨਾਲ ਹਾਂ ਐਵੇਂ ਤੇ ਨਹੀਂ ਨਾ ਦੇ ਜੇ ਜਿਹੜਾ ਕਰੇ ਦੇਸੀ ਘਿਓ ਉਹ ਨਾ ਕਰੇ ਮਾਂ ਤੇ ਪਿਓ ਹੁਣ ਇਹ ਬਈ ਗੱਪਾਂ ਮਾਰੀ ਰੱਖੀਆਂ ਨਾ ਤੇ ਇਹਦਾ ਟਾਈਮ ਦਾ ਪਤਾ ਹੀ ਕਿਉਂ ਗੱਪਾਂ ਤਾਂ ਮੁੱਕਦੀਆਂ ਨਾ ਹੋਈਆਂ ਤੇ ਅਮਜਦ ਮੇਰਾ ਬਿਲਕੁਲ ਹਿਨੇ ਹੁਣ ਇੱਥੋਂ ਜਿਹੜਾ ਨਾ ਮੈਂ ਜਾ ਕੇ ਢੋ ਡੰਗਰਾਂ ਸਾਰਾ ਜੀ ਭਾਈ ਤੂੰ ਠੀਕ ਹੈ ਨਾ ਤੇ ਕੋਈ ਆਪਣਾ ਕਾਰ ਖਾਣ ਪੀਣ ਦਾ ਲੱਕੜ ਕੋਈ ਚੁੱਲਾ ਛੁੱਲਾ ਕੋਈ ਵੇਗ ਮਸਾਲੇ ਮਸੂਲੇ ਸਾਰੇ ਠੀਕ ਹੈ ਠੀਕ ਹੈ ओके कर ते बिराद ये राज के खिदमत करनी है ना नदीम तू इनकार और उठू जाके ना चिकन ले आ ओ चिकन तो बल्कि उथे अमान दे ते बड़ा इन करो कट्टा जड़ा ना सोना छोटी मोटी कढ़ाई वाली नो बनवा के ले आ ते भाई अगर गड्डी ले जावे ना ओदा मोबाइल भी तब्दील कराई भाईजान कट्टा ते मैं रात मैं साग चारू नाल मकई दी रोटी पकाऊ आसू ਸਾਗ ਨੂੰ ਬੜਾ ਪਸੰਦ ਨੇ ਅਮਜਦ ਨੂੰ ਉਹ ਬਹੁਤ ਖਾਂਦਾ तेरी आखिया सारा वे बड़ी गाल की थी हम विराज साग बड़े शौक नाल खाते साग भी चपकाओ ते तू कट्टा भी बनवाई ਬਸ ਮੈਂ ਇਕੱਠਾ ਠੀਕ ਹੈ। ਤੁਸੀਂ ਦਾਰਾ ਕੱਢੋ ਜਾਓ ਮੈਂ ਆ ਗਿਆ ਤੇ ਹੁਣੇ ਗਿਆ। ਪੀਵਾਣਾ ਉਹਨੂੰ ਉੱਠੀ ਤੂੰ ਕਰ हाँ ਮੈਂ मैं काम शाम ਮੈਂ ਲੈ ਕੇ ਆਵਾਂ ਪੈਸੇ ਪੈਨ ਮਚਾ ਲਵਾਂ ਤੇ ਉਹ ਮੈਂ ਲੈ ਕੇ ਆਵਾਂ साडी जिंदगी दे दो हिंशो सोड़ी गड्डी ते सोड़ी लो साडी जिंदगी दे दो हिंशो सोड़ी गड्डी ते सोड़ी लो जिवें लोग भुखेंदे हम जिवें लोग भुखेंदे हम नहीं यार भुखेंदे हो साडी जिंदगी दे दो हिंशो सोड़ी गड्डी ते सोड़ी ਇਹ ਪਿੰਡ ਦੀ ਆਪਣੀ ਸ਼ਾਨ ਸ਼ੌਕਤ ਹੁੰਦੀ ਹੈ ਸਾਫ਼ ਸੁਥਰਾ ਮਾਹੌਲ ਹੁੰਦਾ ਹੈ ਉਸ ਤੋਂ ਬਾਅਦ ਆਬੋ ਹਵਾ ਬੜੀ ਠੀਕ ਹੁੰਦੀ ਇੱਥੇ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਸ਼ੋਰ ਹੁੰਦਾ ਹੈ ਤੇ ਬੜਾ ਜਿਹੜਾ ਪੋਲਿਊਸ਼ਨ ਹੁੰਦਾ ਜ਼ਿਆਦਾ हाँ अमजद तू सही कह रहे हैं ये बिल्डिंगा ये गड्डियां इस चीज तो मैं बड़ी तंग आ गई सी अच्छा अमजद ए दस ये सारी जेडी फसल है ये भी ਤੁਹਾਡੀ है या फिर ਇਹ ਜਿਹੜੇ ਖੇਤ ਨੇ ਇਹ ਸਾਡੇ ਨੇ ਤੇ ਜਿਹੜੇ ਉਹ ਤਿੰਨ ਅੱਗੇ ਨਜ਼ਰ ਆ ਰਹੇ ਨੇ ਇਹ ਮੇਰੇ ਚਾਚਕਿਆਂ ਦੇ ਨੇ अच्छा अच्छा ਇਹ ਸਾਡੀ ਬੰਨੀ ਹੈ ਇਹ ਸਾਡੀ ਸੀ ਹੈ ਇਸ ਸਾਈਡ ਤੇ ਸਾਡੀ ਫਸਲ ਹੈ ਸਾਰੀ ਤੇ ਉਹ ਅੱਗੇ ਮੇਰੇ ਚਾਚਕਿਆਂ ਦੀ ਫਸਲ ਹੈ माशाल्लाह फसल तो काफी है ਤੈਨੂੰ ਪਿੰਡ ਪਸੰਦ ਆਇਆ ਵੈਸੇ ਹੀ ਹੁਣ ਅਸੀਂ ਇੱਥੇ ਹੀ ਰਹਿਣਾ ਹੈ मैनू ते क्या मतलब ਹੁਣ ਅਸੀਂ ਇੱਥੇ ਹੀ ਰਹਿਣਾ ਆਗੇ ਇੱਥੇ ਅਸੀਂ ਹੀ ਇੱਥੇ ਸੈਟਲ ਨਾ ਛੁੱਟੀਆਂ ਗੁਜ਼ਾਰਨ ਆਏ ਆ ਬਸ ਇੱਥੇ ਰਹਿਣ ਦਾ ਨਾ ਤੂੰ ਨਾ ਵੀ ਨਾ ਲਵੀਂ ਇਤਨਾ ਪਿਆਰਾ ਮਾਹੌਲ ਹੈ ਪਿੰਡ ਤੋਂ ਬਾਅਦ ਕਿਹੜੀ ਸ਼ੈ ਹੁੰਦੀ ਹੈ ਹਾਂ ਤਾਂ ਠੀਕ ਹੈ ਨਾ ਮੈਂ ਰਹਿਣ ਵੀ- ਵਾਸਤੇ ਥੋੜੀ ਨਾ ਹੈ ਇਹ ਬਸ ਸੈਰੋ ਤਫਰੀ ਵਾਸਤੇ ਹੈ ਨਾ ਲੇਕਿਨ ਰਿਮਸ਼ਾ ਮੈਂ ਵੀ ਹੁਣ ਥੱਕ ਗਿਆ ਬਹਿਰ ਇਸ ਕੰਮ ਕਰਕੇ ਥੋੜਾ ਅੱਛਾ ਨਹੀਂ ਮੈਨੂੰ ਬਹਿਸ ਰੈਸਟ ਨਾ ਮਿਲ ਕਰ ਮੈਂ ਵੀ ਬਹੁਤ ਥੱਕ ਗਈ ਆ ਹੁਣ ਚੱਲੀਏ ਘਰ ਹੁਣ ਅੱਛਾ ਆਪਣੇ ਚੱਲ ਆ ਘਰ ਵੀ ਫਿਰ ਵਿਖਾ ਘਰ ਚੱਲੀਏ सोनी लिखे लखानी आसा दिल तेरे उत्ते आया रे मेरे काले चोले ने तैनू मार मुकाया रे मेरी काली कुर्ती ने तैनू मार मुकाया रे सोने लिखे लखाने आसा सुना भाईजान ठीक है ठीक ठाक सारा तू सुना नसीम अब्बू किधर भाई गए सारे भाई और किधर सत्य गए? पे सो देखो कौन आया अमजद भाई आए नो पता नहीं किधर भाग गए नो दिलावर भाई ਓਹੋ ਆ ਗਿਆ ਕਿਉਂ ਫੱਕਦੀ ਪਈ देखो ना कौन आए ओ मेरा शहजादा आया अस्सलाम वालेकुम दिलावर भाई की हाल है
ठीक ठाक हो? अरबी बन गए यार। हाँ बस यार, जैसा देश वैसा देश। हाँ नदीम यार, की हाल है? हफ्ते ਨੂੰ ਪਹਿਲੇ ਮਿਲ ਬਹੁ ਉਧਰੇ ਹੋਏ ਤੇਰਾ ਅੱਬਾ ਜੀ ਤੁਹਾਡੇ ਵਾਸਤੇ ਬੜਾ ਉਧਰੇ ਅੱਬਾ ਜੀ, ਤੁਹਾਡੀ ਬੜੀ ਯਾਦ ਆਉਂਦੀ ਹੈ। ਹੋਰ ਸੁਣਾਓ ਅੱਬਾ ਜੀ? ਸ਼ੁਕਰ ਸ਼ੁਕਰ। ਠੀਕ अस्सलाम ਠਾਕ ਹੋ? वालेकुम। ਐ ਮਿਲੋ ਆਪਣੀ ਬੇਟੀ ਨੂੰ, ਨਾਲ ਸ਼ਾਦੀ ਕੀਤੀ ਦੁਬਈ ਦੇ ਵਿੱਚ। ਮੈਨੂੰ ਫਾਰੇ ਕਰਵਾ ਪਿੱਛੇ ਸਵਾਰੀ ਦਾ ਫੋਨ ਆ ਰਿਹਾ ਮੈਂ ਠੀਕ ਹੈ, ਤੇਰਾ ਕਿਰਾਇਆ ਸ਼ਰਾਇਆ ਹੋ ਗਿਆ? ਹੋ ਗਿਆ ਭਾਈ ਜਾਨ, ਚਲੋ ਠੀਕ ਹੈ ਫਿਰ। ਮਿਹਰਬਾਨੀ ਉਹ ਖਾਣਾ ਸ਼ਾਣਾ ਤੇ ਖਾ ਲੈਂਦੇ ਮਿਹਰਬਾਨੀ ਭਾਈ, ਸਵਾਰੀ ਦਾ ਫੋਨ ਆ ਰਿਹਾ ਤੇ ਮੈਂ ਸਵਾਰੀ ਆ ਗਿਆ। ਚਲੋ ਠੀਕ ਹੈ ਠੀਕ ਹੈ ਓਕੇ ਅੱਲਾ। ਅੱਬਾ ਜੀ ਹੁਣ ਬਸ ਇੱਥੇ ਹੀ ਰੋਲਾ ਪਾਉਂਦੇ ਰਹਿਸੋ ਜਾਂ ਮੈਨੂੰ ਬਹਿਣ ਦੱਸੋ, ਮੈਂ ਬਹੁਤ ਜ਼ਿਆਦਾ ਥੱਕ ਗਿਆ। 3-4 ਘੰਟੇ ਦੀ ਫਲਾਈਟ ਸੀ। ਚਲੋ ਆਓ ਆ ਜਾਓ ਘਰ ਬਹਿ ਕੇ ਫਿਰ ਗੱਲਾਂ ਕਰਾਂਗੇ। ਆ ਜਾਓ। ਅੱਬਾ ਜੀ ਆਓ ਤੁਸੀਂ ਅੱਗੇ। आम जो फिर आ यार बाओ। ਮੈਂ ਮੇਰੀ ਧੀ ऐसे आ जाने दी। ਹੋਰ ਸੁਣਾਓ ਅੱਬਾ ਜੀ, ਠੀਕ ਠਾਕ ਹੋ? ਤੁਹਾਡੀ ਤਬੀਅਤ ਸ਼ਬੀਅਤ ਠੀਕ ਹੈ? ਬਿਲਕੁਲ ਯਾਰ ਆਪਣਾ ਮੈਂ ਖਿਆਲ ਰੱਖਦੇ ਹੋ? ਅਲਹਮਦੁਲਿਲਾ ਮੇਰੀ ਤਬੀਅਤ ਠੀਕ ਹੈ, ਲੇਕਿਨ ਤੇਰੇ ਭਰਾ ਜਿਹੜੇ ਨੇ ਨਾ ਹਾਂ ਇਹ ਮੈਨੂੰ ਕੰਮ ਨਹੀਂ ਕਰਨ ਦਿੰਦੇ। ਕਹਿੰਦੇ ਨੇ ਅੱਬਾ ਰੈਸਟ ਕਰ। अब्बा जी उन्होंने गाल प्यार है, सुनो, अब्बा असि जी गाल उन्होंने सही प्यार करने हैं। अमजद वैसे तेरी ना मजाक करने की आदत होने तक नहीं गई। ਕਿਹੜਾ ਮਜ਼ਾਕ ਹੈ? ਮੈਂ ਤੇਰੇ ਨਾਲ ਕਿਹੜਾ ਮਜ਼ਾਕ? आ भाई शादी ते ਤੁਹਾਡੀ ਭਰਜਾਈ ਹੈ ਤੇ ਇਹ ਓਏ ਗੱਲਾਂ ਵੀ ਕਰ ਲੈਂਦੇ ਆ। ਕੋਈ ਦੱਸੋ ਬਣਾਇਆ ਕੀ ਨੇ? ਮੈਂ ਪਿੱਛੋਂ ਸੀ ਹੋਟਲ 'ਚ ਵੀ ਨਹੀਂ ਖਾਦੇ ਨੂੰ। ਮੈਂ ਕਿਹਾ ਹੈ, ਮੈਂ ਘਰ ਦਾ ਖਾਣਾ ਤੈਨੂੰ ਖਵਾਣਾ ਹੈ ਤੇ ਤੈਨੂੰ ਸਵਾਦ ਲਿਆ ਦੇ ਸੀ। ਜੇ ਤਾਂ ਤੂੰ ਸ਼ਾਦੀ ਕਰ ਲਈ ਤੇ ਸਾਡੀ ਉਹ ਭਰਜਾਈ ਹੈ, ਚਲੋ धी बहन घर आ गई है, लेकिन तेरे वास्ते साग सेवियां और हलवा गुड़ दा स्पेशल। ਸਾਗ ਪੱਕਾ ਸਾਰਾ ਬਹਿਣ ਬਣਾਇਆ ਉਸੀ। ਇਹਨੂੰ ਪਤਾ ਹੈ ਮੈਨੂੰ ਬੜਾ ਸਾਗ ਪਸੰਦ ਹਾਂ ਹੈ। ਮੈਂ ਹੀ ਬਣਾਇਆ ਭਾਈ ਮਕਈ ਦੀ ਰੋਟੀਆਂ ਹਨ ਨਾਲ ਹਾਂ ਉਹ ਮੱਖਣ। मक्खन भी। ਸਾਰਾ ਬਸ। ਕੁਝ ਮਿਲ ਸੀ ਗਿਆ ਅੱਜ ਗਿਆ ਹੈ ਅੱਜ ਫਿਰ ਤੂੰ ਥੱਕ ਜਾਸੇ ਬਣਾਉਂਦੀ ਬਣਾਉਂਦੀ। ਮੈਂ ਨਹੀਂ ਥੱਕਦਾ ਖਾਂਦਾ ਖਾਂਦਾ। और ਤੁਹਾਨੂੰ ਵੀ ਪਤਾ ਲੱਗ ਸੀ ਭਰਜਾਈ ਸਾਡੀ ਨੂੰ ਵੀ ਇੱਥੇ ਜਿਹੜਾ ਨਾ ਜੰਗਲ ਇਹਨਾਂ ਨੂੰ ਵੀ ਜੰਗਲ ਬਣ ਗਿਆ। ਪਸੰਦ ਹੈ ਕਾਫੀ ਇਹ ਚੀਜ਼ਾਂ। ਇਹਨਾਂ ਵੀ ਕਿਹਾ ਵੀ ਜਦੋਂ ਵੀ ਜਾਣਾ ਪਿੰਡ ਤੂੰ ਮੈਨੂੰ ਸਾਗ ਤੇ ਮਕਈ ਦੀ ਰੋਟੀ ਜ਼ਰੂਰ ਖਵਾਣੀ। ਮੈਂ ਵੀ ਬੜੀਆਂ ਤਾਰੀਫਾਂ ਕੀਤੀਆਂ ਨਿੰਦੇ ਅੱਗੋਂ। अच्छा ते अमजद एक मिनट मेरी जरा गाल सुने ਚੱਲ ਮੇਰੇ ਕੋਲ। गाल है ਨਦੀਮ ਪਰ ਮੈਂ ਨਾ ਮੇਰੀ ਖਾਨ ਇੱਥੇ ਆ ਜਾ ਨਦੀਮ ਹੋ ਦੱਸ ਦਿਲਾਵਰ ਬਿਰਾ ਅਮਜਦ ਬਿਰਾਨ ਲੈ ਕੇ ਭਾਗ ਗਿਆ ਕੁੜੀ ਤੇ ਨਹੀਂ ਨਾ ਗਿਆ ਕਮਲਿਓਸ ਕਿਉਂ ਕਾਬਲਣਾ ਹੈ? ਓਹੋ ਛੱਡੋ ਇਹਨਾਂ ਗੱਲਾਂ ਨੂੰ। ਉਹ ਪਰਾਈ ਧੀ ਭੈਣ ਘਰ ਆ ਗਈ ਆਈ ਬੈਠੀ ਹੈ, ਇਹਦੇ ਸਾਹਮਣੇ ਇਸ ਤਰ੍ਹਾਂ ਗੱਲਾਂ ਨਾ ਕਰੋ। ਤੇ ਤੂੰ ਪੁੱਤਰ ਉੱਠ ਨਾ, ਇਹਨਾਂ ਦੇ ਖਾਣ ਪੀਣ ਦਾ ਕੋਈ ਬੰਦੋਬਸਤ ਕਰ। ਉਹ ਗੱਲ ਤੇ ਕੋਈ ਟੈਨਸ਼ਨ ਲੱਗੀ ਐ ਜੋ ਉੱਠ ਕੇ ਗਏ ਨੇ ਇਸ ਤੋਂ ਤੂੰ ਪਰੇਸ਼ਾਨੀ ਪਰੇਸ਼ਾਨ ਨਾ ਹੋ। ਤੂੰ ਨੇ ਸ਼ਾਦੀ ਕੀਤੀ ਹੈ, ਕੋਈ ਗੁਨਾਹ ਤਾਂ ਕੋਈ ਨਹੀਂ ਕੀਤਾ ਨਾ। ਜੇ ਬਿਰਾ ਸ਼ਾਦੀ ਦਾ ਦੱਸੇ ਨਾ ਪੁੱਛੇ ਤੇ ਯਕਦਮ ਉਹ ਵਿਰਾਮ ਮੈਂ ਕਿਹੜਾ ਜੁਰਮ ਕਰ ਲਿਆ ਹੈ? ਸ਼ਾਦੀ ਕੀਤੀ ਹੈ ਨਾ। ਛੋਟਾ ਜਿਹਾ ਛੋਟੀ ਉਮਰ 'ਚ ਮੈਂ ਦੁਬਈ ਗਿਆ, ਤੁਹਾਡੇ ਵਾਸਤੇ ਪੈਸੇ ਕਮਾਏ, ਘਰ ਦਾ ਸਰਕਲ ਚਲਾਇਆ, ਮਕਾਨ ਬਣਾਇਆ, ਬਹਿਣਾ ਦੇ ਜਹੇਜ਼ ਬਣਾਏ। ਤੇ ਹੁਣ ਅਗਰ ਮੈਂ ਸ਼ਾਦੀ ਕਰ ਲਈ, ਆਪਣੀ ਖੁਸ਼ੀ ਵਾਸਤੇ ਸ਼ਾਦੀ ਕੀਤੀ, ਤਾਂ ਲੜਕੀ ਅੱਛੀ ਹੈ, ਉਹਦੇ ਵਿੱਚ ਕਿਹੜਾ ਕੋਈ ਐਬ ਹੈ? ਲੜਕੀ ਅੱਛੀ, ਉਸਨੇ ਸ਼ਾਦੀ ਕਰ ਲਈ ਆਪਣੀ ਖੁਸ਼ੀ ਵਾਸਤੇ, ਕਿਹੜਾ ਜੁਰਮ ਕਰ ਲਿਆ? ਤੁਸੀਂ ਤਾਂ ਸਾਰੇ ਪਿੰਡ ਢਿਨੋਰਾ ਪੇਟ ਦਿੱਤਾ ਹੈ। ਮੈਨੂੰ ਤਾਂ ਲੱਗਾ ਹੈ ਮੈਂ ਆਵਾਂਗਾ, ਬੜੀ ਖੁਸ਼ਮਦੀਦ ਹੋਵੇਗੀ, ਤੁਸੀਂ ਵੇਖੋਗੇ ਆਪਣੀ ਭਰਜਾਈ ਨੂੰ, ਤੁਹਾਨੂੰ ਖੁਸ਼ੀ ਹੋਵੇਗੀ, ਤੁਸੀਂ ਸਾਡਾ ਵੈਲਕਮ ਕਰੋਗੇ। ਲੇਕਿਨ ਤੁਸੀਂ ਤਾਂ ਮੇਰਾ ਸਿਰ ਥੱਲੇ ਕਰਾ ਦਿੱਤਾ। ਮੈਂ ਉਹਨੂੰ ਬੜੇ ਅਰਮਾਨਾਂ ਨਾਲ ਲੈ ਕੇ ਆਇਆ, ਮੈਨੂੰ ਕਿਹਾ ਤੇਰਾ ਅੱਛਾ ਵੈਲਕਮ ਹੋਸੀ, ਮੇਰੇ ਘਰ ਵਾਲੇ ਤੈਨੂੰ ਪਿਆਰ ਦੇਸਨ, ਮੁਹੱਬਤ ਦੇਸਨ, ਲੇਕਿਨ ਤੁਸੀਂ ਤਾਂ ਬਿਲਕੁਲ ਹੀ ਉਹਦੇ ਉਲਟ ਕਰ ਦਿੱਤਾ ਭਾਈ। ਦੇਖਮ ਜੇ ਤੂੰ ਨਿੱਕਾ ਜਿਹਾ ਤੇ ਤੂੰ ਵਗ ਗਿਆ, ਤੈਨੂੰ ਇਹ ਭੁੱਲ ਗਿਆ ਵੀ ਸਾਡਾ ਮਾਹੌਲ ਵਸੇਬ ਜਿਹੜਾ ਇਹ ਰਹਿਤਾ ਲੈਣਾ, ਇਹਦੇ ਆਪਣੇ ਰਸਮੋ ਰਿਵਾਜ ਹਨ। ਸਾਨੂੰ ਅਸੀਂ ਇਸ ਤੋਂ ਮੁਨਕਿਰ ਨਹੀਂ ਹੈ ਤੂੰ ਸ਼ਾਦੀ ਕੀਤੀ, ਚਲੋ ਘਰ ਆ ਗਈ, ਲੇਕਿਨ ਇੱਥੇ ਬਕਾਇਦਾ ਇੱਕ ਸ਼ਰਮ ਹਿਆ ਹੁੰਦਾ ਹੈ। ਜਾ ਕੇ ਪਹਿਲੇ ਵੱਡੇ ਵੇਖ ਹਮਨੇ ਰਿਸ਼ਤਾ ਮੋੜੋ, ਦੀ ਵਾਲੇ ਛੂਆ ਨੂੰ ਵੇਖਦੇ ਨੇ, ਮੁੜ ਉਸ ਤੋਂ ਬਾਅਦ ਵੱਡੇ ਜਾਂਦੇ ਨੇ, ਕੋਈ ਗੱਡ ਰੱਖ ਕੇ ਆਉਂਦੇ ਨੇ, ਮੁੜ ਉਸ ਤੋਂ ਬਾਅਦ ਇਹ ਕੋਈ ਇੱਕ ਸਾਡੀਆਂ ਆਪਣੀਆਂ ਰਸਮਾਂ ਨੇ, ਮੁੜ ਪਹਿਲੇ ਜਾ ਕੇ ਮੇਢੀ ਛੁੜੀਂਦੀ ਹੈ, ਮੁੜ ਉਸ ਤੋਂ ਬਾਅਦ ਜਾ ਕੇ ਮਤਲਬ ਸ਼ਾਦੀ ਪੂਰਾ ਇੱਕ ਵਸੇਬ ਨੂੰ ਬੁਲਾ ਕੇ ਰਿਸ਼ਤੇ ਮਤਲਬ ਬਿਰਾਦਰੀ ਨੂੰ ਇੱਕ ਜਨ ਚੜਦੀ ਹੈ, ਉਹਦੇ ਵਿੱਚ ਪੂਰਾ ਰੁਖਸਤੀ ਇੱਜ਼ਤ ਨਾਲ ਕਰਕੇ ਤੇ ਐਂ ਕਰਕੇ ਬੰਦਾ ਘਰ ਲੈ ਆਉਂਦਾ। ਉਹਦੇ ਵਿੱਚ ਸਾਰੇ ਵੱਡਿਆਂ ਦੀਆਂ ਦੁਆਵਾਂ ਵੀ ਸ਼ਾਮਿਲ ਹੁੰਦੀਆਂ। ਤੂੰ ਯਕਦਮ ਚੁੱਪ ਚਪੀਤੇ ਹੀ ਜਿਹੜਾ ਨਾ ਭਾਈ ਮੈਂ ਵੇਖ ਸੋਚ ਸਮਝ ਕੇ ਰਿਸ਼ਤਾ ਕੀਤਾ ਹੈ। ਬਾਕੀ ਮੈਨੂੰ 10 ਸਾਲ ਹੋ ਗਏ ਦੁਬਈ 'ਚ, ਮੈਂ ਕੋਈ ਬੱਚਾ ਨਹੀਂ ਹਾਂ। ਮੈਂ ਬੰਦੇ ਨੂੰ ਵੇਖ ਕੇ ਪਰਖ ਲੈਣਾ ਕਿ ਉਹ ਕਿਸ ਹੱਦ ਤੱਕ ਹੈ, ਤੇ ਬਾਕੀ ਮੈਂ ਵੇਖ ਸਮਝ ਕੇ ਉਹਨੂੰ ਮੈਂ ਜਾਣਦਾ, ਉਸ ਦੀ ਫੈਮਿਲੀ ਨੂੰ ਵੀ ਜਾਣਦਾ, ਤੇ ਬਾਕੀ ਰਸਮਾਂ ਦੀ ਗੱਲ ਹੈ। ਹੁਣ ਮੈਂ ਆ ਗਿਆ, ਕਰ ਲੈਂਦੇ ਆ। ਤੁਸੀਂ ਵੀ ਤਾਂ ਉਹਦੇ ਮਾਂ ਪਿਓ ਅੱਬੂ ਹੋਰੀ ਹਨ, ਉਹਦੇ ਪਿਓ ਹੈ ਨੇ, ਹੁਣ ਤਾਂ ਉਹਦੇ ਅੱਬੂ ਹੋਰੀ ਨੇ। ਸ਼ਾਦੀ ਤੋਂ ਬਾਅਦ ਤੁਸੀਂ ਉਹਦੇ ਭਾਈ ਹੋ, ਅਸੀਂ ਮਿਲ ਜੁਲ ਕੇ ਸਾਰੀ ਰਸਮਾਂ ਪੂਰੀਆਂ ਕਰ ਲਵਾਂਗੇ। ਅਸਾਂ ਤਾਂ ਮੁੜ ਵੀ ਉਸ ਨੂੰ ਦੀ ਸਮਝ ਲਈ ਸਾਂ, ਬਰਜਾਈ ਸਮਝ ਲਈ ਸਾਂ, ਲੇਕਿਨ ਚਾਚੇ ਮਾਮੇ ਤਾਏ ਤੁਹਾਨੂੰ ਪਤਾ ਹੀ ਨਾ ਰਲ ਕੇ ਅਸਾਂ ਜ਼ਿੰਦਗੀ ਗੁਜ਼ਾਰਨੀ ਹੁੰਦੀ। ਉਹਨਾਂ ਦਾ ਮੂੰਹ ਕੌਣ ਬੰਦ ਕਰੇ ਸੀ? ਦੱਸ ਮੈਨੂੰ। ਉਹਨਾਂ ਆਖਣਾ ਵੀ ਅਸਾਂ ਇਹਨਾਂ ਨੂੰ ਹਰ ਦੁੱਖ ਸੁੱਖ ਸੱਦਿਆ, ਆਪਣੀਆਂ ਧੀਆਂ ਪੁੱਤਰਾਂ ਦੇ ਨੇਸਿਆਂ ਤੇ ਸੱਦਿਆ, ਖੁਸ਼ੀਆਂ ਤੇ ਸੱਦਿਆ, ਤੇ ਇਹਨਾਂ ਦਾ ਪੁੱਤਰ ਜਿਹੜਾ ਹੈ ਉਹ ਗਿਆ ਦੁਬਈ ਤੇ ਚੁੱਪ ਚੁਪੀਤੇ ਕਰਕੇ ਨਾ ਸ਼ਾਦੀ ਕਰ ਲਈ ਨਾ ਸਾਨੂੰ ਦੱਸਿਆ। ਬੜਾ ਮੁਸ਼ਕਿਲ ਹੋ ਜਾਂਦਾ ਇਸ ਮੇਰਾ ਤਰ੍ਹਾਂ। ਵੀਰਾ, ਅਸੀਂ ਅਗਰ ਮਾਸ਼ਰੇ ਦੀ ਗੱਲਾਂ ਤੇ ਲੱਗ ਕੇ ਚੱਲੀਏ ਨਾ, ਤੇ ਕਦੀ ਵੀ ਨਹੀਂ ਅਸੀਂ ਸਰਵਾਈਵ ਕਰ ਸਕਦੇ ਇਸ ਮਾਸ਼ਰੇ 'ਚ। ਅਗਰ ਤੁਸੀਂ ਕਹੋ ਕਿ ਅਸੀਂ ਮਾਸ਼ਰੇ ਦੀ ਗੱਲਾਂ ਸੁਣ ਕੇ ਵੀ ਫਲਾਣਾ ਕੀ ਆਖਸੀ,
ਫਲਾਣਾ ਕੀ ਆਖਸੀ, ਫਿਰ ਤਾਂ ਤੁਸੀਂ ਜੀ ਵੀ ਨਹੀਂ ਸਕਦੇ। ਅਗਰ ਇੱਕ ਮੈਂ ਫੈਸਲਾ ਲੈ ਲਿਆ ਹੈ ਤੇ ਤੁਹਾਨੂੰ ਚਾਹੀਦਾ ਮੇਰੇ ਤੇ ਭਰੋਸਾ ਕਰੋ ਤੇ ਤੁਸੀਂ ਇਸ ਚੀਜ਼ ਨੂੰ ਉਸ ਲੜਕੀ ਨੂੰ ਅਪਣਾਓ, ਇਤਮਾਦ ਕਰੋ। ਮੈਂ ਭਗਾ ਕੇ ਨਹੀਂ ਲੈ ਕੇ ਅੱਛੇ ਖਾਨਦਾਨ ਦੀ ਲੜਕੀ, ਤੁਸੀਂ ਮੇਰੇ ਕੋ ਪੁੱਛੋ ਖਾਨਦਾਨ। ਮੈਂ ਨਹੀਂ ਆਦਾ ਪਿਆ। ਅੱਛਾ ਤੈਨੂੰ ਅੱਲਾ ਪੁੱਤ ਦਿੰਦਾ, ਤੂੰ ਉਹਨੂੰ ਬਾਹਰ ਅਮਰੀਕਾ ਇੰਗਲੈਂਡ ਘਾਲ ਦੇਣਾ, ਕੱਲ ਨੂੰ 20 ਸਾਲ ਬਾਅਦ ਉਹ ਤੇਰੇ ਕੋਲ ਨਾ ਪੁੱਛਦਾ ਹੈ ਨਾ ਦੱਸਦਾ ਹੈ, ਚੁੱਪ ਕਰਕੇ ਸ਼ਾਦੀ ਕਰਕੇ ਤੇਰੇ ਤੂੰ ਇੱਕ ਬਹਿਸੀਅਤ ਪਿਓ ਦੱਸ ਕੀ ਹੁਣ ਮਤਲਬ ਮਹਿਸੂਸ ਕਰੇਗਾ? ਅੱਛਾ ਮਹਿਸੂਸ ਕਰੇਗਾ ਜਾਂ ਕੋਈ ਪਿਓ ਦਾ ਹੱਕ ਜਾਂ ਬਿਰਾਵਾਂ ਦਾ ਜਾਂ ਖੁਸ਼ੀਆਂ ਭੈਣਾਂ ਵੀ ਵੇਖੋ ਨਾ, ਤੇ ਬੜਾ ਸਾਡੇ ਰਸਮੋ ਰਿਵਾਜ ਨੇ, ਤੁਸੀਂ ਕਿਉਂ ਨਹੀਂ ਸੋਚਦੇ ਪਏ ਵੀ ਬਹਿਣਾ ਵਾਗ ਫਦਰੀ ਹੁੰਦੀ ਏ, ਬਹਿਣਾ ਨੇ ਗਾਣੇ ਢੋਲਕ ਤੇ ਬਹਿ ਕੇ ਮਹੀਨਾ ਤੇ ਉਹ ਬਿਰਾਵਾਂ ਦੇ ਸ਼ਾਦੀਆਂ ਤੇ ਤੇ ਤੈਨੂੰ कैसा लग सी? तू मैं दस तेरा पोतरे चुप चुपीते कर। मेरा बेटा अगर एक अच्छा फैसला लेंदा है, अगर बाहर जाता है, उसकी सोच समझ है तो उस फैसला लिया है, इवें तो नहीं वो शादी कर लेगा। बाकी रस्मो रिवाज दी मेरा बिरा तेनू कह रहा, मैं सारियां फंक्शन सारा कुछ करांगा, इत्थे ढोल ढमक्के भी होवांगे ते सारे बंगड़े जो तेरे शौक ने पूरे कर लवी, सारियां रस्मां बहनां दे जेड़े रस्मो रिवाज ने लाग लोग सारे देवांगे ते खुले दिल नाल देवांगे ते असीं बड़ी वड्डी शादी भी करांगे। वाह अमजद वाह, बाकी तू यार समझदार हो गया। और मेरी गल दो में कान खोल के सुन लै, तेरी मैं बकवास काफी देर तो सुनदा पिया। हुणे मेरा फैसला है कि लड़की जिदों तू लैके आया ना जिस अंदाज नाल, इनू उसे अंदाज नाल वापस लैके तू परसों वग जावना, एक अद्धी दीवार इत्थे रवे। चलो मेहमान है, असीं कोई एडे नाकदरे नहीं है भी उसकी कोई इत्थे बेइज्जती करिए, इंसल्ट करिए, लेकिन इस घर दे विच कोई मियां बीवी वाला चक्कर उरा पना ये वो तेरी जुरत भी नहीं कि तू इस तरह दी करे। दिलावर बिरा तू कौन होना है फैसला करने वाला? ए मैं तेनू बाद दे दस्या ना, तू मेरा वड्डा बिरा है बस, ठीक है? बाकी फैसला करना है अभी और ही करें, तू मैं नहीं कह सकदा। मैं तेरा वड्डा बिरा, मेरी वो बीवी है तो इस घर च रसी, ये घर मेरा है, मेरे पैसे दा बनया है, मैं मेहनत करके ये घर बनाया है, ते तू मैनू ना दस के ओनू लेके चला जा। फैसला कर सेन अब और ही कर सेन। मैं तेन इसे तो साइड ते लैके आया कि मैं बीएंगे बिरा तेनू प्यार नाल समझावां। अब्बे और पता लग गया ना ते अब्बे और तेरी खल भी ला दे सिर, ते वड्डा बिरा जेड़ा हुंदा प्यो दे बराबर हुंदा है। कल नूं प्यो अगर नहीं है तो पगड़ी मेरे सिर ते। ते दूई ये गल है कि साडे जितने वड़के ने, जितने साडे जेड़े रिश्तेदार हैं उन्हां नूं असीं कोई कीमत विकसां, ते तू बिल्कुल एक गल ना बात कर। मैं दिलावर बिरा नहीं करना, मेरी वो वाइफ है, उस नाल मैं जिंदगी गुजारनी, वो किसी दी इज्जत है, मैं उन्हें निकाह च लेके आया ते जेड़ी औरत निकाह च उसकी कदर है, उसनु मैं पूरी जिंदगी उसना वादा कीता है मैं उसना रहना है। ते मैं तेरा फैसला नहीं सुन सकता। तू अपनी बक बंद नहीं कर रहा, मैं तेन कह रहा इत्थे साडे अपने रस्मो रिवाज ने, वड्डियां दी दुआवां, रिश्ता वेखना करना, साडे सारे रिश्तेदार अपने खूनी रिश्ते ते रिश्ते हुंदे ने। ते तू पता नहीं कित्थों फद के आ गया, ते तू आने कि सानू पता ही कोई नहीं होता मां प्यो कौन है, की खानदान है, कित्थों दी है। जे अगर तू इनू इत्थों नहीं लेके गया ते तू भी इस घर चों निकल जाएगा, मैं तेन दसां। तू कौन होना है मेनू घरों कढण वाला? मेरा प्यो तेरा नहीं है, मेरा प्यो तेरा प्यो ओ बैठा है। प्यो तू बात मेरे सिर ते पा के तू तो निकल। जदन ते रब्बा बैठा तू मैं नहीं कर सकता। तू भाई ये चार तबिया तू कमा के तू सन सिर ते जा ले, हां निकल तू ले जा समझ ले तू। तेरी गल की होई घरों कढण दी? ਕੀ ਖਾਪਾਈ ਹੈ ਤੁਸੀਂ? अब्बा जी इस ਤੁਹਾਨੂੰ ਕੀ ਦੱਸਣਾ ਹੈ, ਮੈਂ ਤੁਹਾਨੂੰ ਦੱਸਦਾ ਹੈ। ਮੈਨੂੰ ਘਰੋਂ ਕੱਢ ਰਿਹਾ ਹੈ, ਕਹਿ ਰਿਹਾ ਤੂੰ ਉਸ ਲੜਕੀ ਨਾਲ ਕਿਉਂ ਸ਼ਾਦੀ ਕੀਤੀ ਹੈ, ਕਿਉਂ ਉਹਨੂੰ ਘਰ 'ਚ ਲੈ ਕੇ ਆ ਰਿਹਾ ਹੈ, ਤੇ ਹੁਣ ਮੈਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਰਿਹਾ ਹੈ। ਅਮਜਦ ਤੇਰਾ ਵੱਡਾ ਭਰਾ ਹੈ, ਜੋ ਕਰ ਰਿਹਾ ਠੀਕ ਕਰ ਰਿਹਾ। ਸਾਡੇ ਕੋਲ ਰਸਮੋ ਰਿਵਾਜ ਨੇ, ਸਾਡਾ ਖਾਨਦਾਨ ਹੈ, ਬਰਾਦਰੀ ਹੈ, ਅਸੀਂ ਕੀ ਮੂੰਹ ਵਿਖਾਵਾਂਗੇ ਉਹਨਾਂ ਨੂੰ? ਜੋ ਫੈਸਲਾ ਕੀਤਾ ਠੀਕ ਕੀਤਾ ਦਿਲਾਵਰ ਨੇ। ਦਿਲਾਵਰ ਤੂੰ ਕੀ ਕਿਹਾ ਇਹਨੂੰ? ਅੱਬਾ ਜੀ ਮੈਂ ਇਹਨੂੰ ਇਹੀ ਕਿਹਾ, ਤੁਸੀਂ ਮੈਨੂੰ ਦੱਸੋ ਵੀ ਨਾ ਅਸੀਂ ਇਹਨੂੰ ਜਾਣਦੇ ਨਾ ਬੁੱਝਦੇ ਨਾ ਇਹਦਾ ਕੋਈ ਖਾਨਦਾਨ ਦਾ ਪਤਾ, ਇਹ ਪਤਾ ਨਹੀਂ ਉਧਾਲ ਕੇ ਲਾਇਆ ਹੈ ਜਾਂ ਸ਼ਾਦੀ ਇਸ ਕੀਤੀ ਵੀ ਹੈ ਕਿ ਨਹੀਂ, ਕੋਈ ਗਰਲਫ੍ਰੈਂਡ ਲਈ ਪਤਾ, ਸਾਨੂੰ ਕੀ ਪਤਾ। ਬਸ ਕਰੋ, ਮੇਰਾ ਦਿਮਾਗ ਫੜਦਾ ਪਿਆ। ਅਮਜਦ ਤੂੰ ਮੈਨੂੰ ਕੀ ਕਿਹਾ ਸੀ? ਤੇਰਾ ਭਰਾ ਐਡਾ, ਤੇਰੀ ਭੈਣ ਐਡੀ, ਤੇਰਾ ਪਿਓ ਐਡਾ, ਕੀ ਇਹਨਾਂ ਨੇ ਸਾਡਾ ਵੈਲਕਮ ਕੀਤਾ ਹੈ? ਹਾਂ ਤੂੰ ਕੀ ਕਿਹਾ ਸੀ? ਕਿਹੜੇ ਅਲਫਾਜ਼ ਨਾਲ ਮੈਨੂੰ ਇਸਤੇਮਾਲ ਕਰ ਰਹੇ ਨੇ ਕਿ ਨਸ ਕੇ ਆਈ ਹਾਂ ਮੈਂ ਤੇਰੇ ਨਾਲ? ਤੈਨੂੰ ਨਹੀਂ ਪਤਾ ਮੇਰੇ ਖਾਨਦਾਨ ਦਾ? ਤੈਨੂੰ ਨਹੀਂ ਪਤਾ ਮੈਂ ਕਿਹੋ ਜਿਹੀ ਹਾਂ? ਹੁਣ ਜਵਾਬ ਦੇ। ਮੈਂ ਕੀ ਤੈਨੂੰ ਰਿਮਸ਼ਾ ਜਵਾਬ ਦੇਵਾਂ? ਮੈਨੂੰ ਤਾਂ ਨਹੀਂ ਪਤਾ ਸੀ ਕਿ ਇੰਜ ਸਾਨੂੰ ਟ੍ਰੀਟ ਕਰਨਗੇ। ਮੈਨੂੰ ਤਾਂ ਇਹ ਸੀ ਕਿ ਤੈਨੂੰ ਅਪਣਾ ਲਵਣਗੇ ਤੇ ਸਾਡਾ ਜ਼ੋਰ-ਬੋਰ ਨਾਲ ਵੈਲਕਮ ਕਰਨਗੇ, ਲੇਕਿਨ ਇਹਨਾਂ ਲੋਕਾਂ ਦੀ ਸੋਚ ਉਹੀ ਪੁਰਾਣੀ ਸੋਚ ਹੈ ਕਿ ਅਸੀਂ ਤੇ ਰਸਮੋ ਰਿਵਾਜ ਕਰੀਏ, ਰਿਸ਼ਤੇਦਾਰਾਂ 'ਚ ਸ਼ਾਦੀ ਕਰਨੀ ਹੈ, ਤੇ ਇਹ ਇਸ ਚੀਜ਼ ਨੂੰ ਨਹੀਂ ਮੰਨ ਰਹੇ। ਮੈਂ ਕੀ ਕਹਿ ਸਕਦਾ? ਜੇ ਅਮਜਦ ਤੈਨੂੰ ਇਹ ਪਤਾ ਨਹੀਂ ਸੀ ਕਿ ਤੇਰੇ ਭਰਾ ਕਿਹੋ ਜਿਹੇ ਨੇ, ਤੇਰੇ ਪਿਓ ਕਿਹੋ ਜਿਹੇ ਨੇ, ਤੇਰੀ ਭਰਜਾਈ ਕਿਹੋ ਜਿਹੀ ਹੈ, ਤੇ ਤੂੰ ਮੈਨੂੰ ਇੰਨੇ ख्वाब क्यों विखा के इत्थे लेके आया? क्यों झूठ बोल के इत्थे लेके आया? चोरे अपनी जबान बंद कर। साढ़े एक वकार, एक रुतबा, एक शान, एक आन है। एहसान खान, दिलावर खान, साड़ी गुफ्तगू, साडा रोब रुतबा सरकार दे दरबारां दे विच साडा जिक्र हुंदा है। ਅਸੀਂ ਇੱਥੇ 7-8 ਪਿੰਡਾਂ ਦੇ ਵਿੱਚ ਜਿੱਥੇ ਜਿਸ ਗੱਲ ਨੂੰ ਟੱਕ ਲਾ ਦੇਈਏ ਕਿਸੇ ਦੀ ਜੁਰਤ ਨਹੀਂ ਹੈ। ਇਹ ਸਾਡਾ ਖਾਨਦਾਨ ਵਾਲਾ ਚੱਖੂ ਨਹੀਂ ਹੈ
ਕਿ ਅਸੀਂ ਤੈਨੂੰ ਧਿੱਕੇ ਦੇ ਕੇ ਬਾਹਰ ਨਹੀਂ ਕੱਢਿਆ। ਹੁਣ ਯਾਦ ਰੱਖ, ਇੱਕ ਬੀਏ ਕੇ ਮਹਿਮਾਨ, ਇੱਕ ਦੋ ਦੀਵਾਰਾਂ ਇੱਥੇ ਰਹੋ, ਉਸ ਤੋਂ ਬਾਅਦ ਇਹਨੂੰ ਲੈ ਕੇ ਤੇ ਇੱਥੋਂ ਦਫਾ ਜਾਓ, ਨਿਕਲ ਜਾਓ, ਵਰਨਾ ਸਾਡੇ ਤੋਂ ਬੁਰਾ ਕੋਈ ਨਾ ਸੀ। दिलावर खान, ਅੱਬਾ ਜੀ जो फैसला तू कीता है, हक सच है। अमजद, 2 दिन इत्थे रह के इन्हू वापस दे घर छाड़ा, नहीं ते दिलावर तू आप इन्हू जाके दे घर छाड़ आई। ਅੱਬਾ ਜੀ ਬਸ ਕਰ ਦਿਓ ਤੁਸੀਂ। ਕਿਤਨਾ ਇੱਕ ਮੈਨੂੰ ਜ਼ਲੀਲ ਕਰਸੋ ਭਾਈ ਨਾਲ ਰਲ ਕੇ, ਤੁਸੀਂ ਵੀ ਹੁਣ ਜ਼ਲੀਲ ਕਰ ਰਹੇ ਹੋ। ਮੇਰੇ ਨਿਕਾਹ 'ਚ ਮੈਂ ਉਸਦੇ ਖਾਨਦਾਨ ਨੂੰ ਜਾਣਦਾ, ਮੈਂ ਸ਼ਾਦੀ ਕਰਕੇ ਲੈ ਕੇ ਆਇਆ, ਮੈਂ ਉਹਨੂੰ ਭਗਾ ਕੇ ਤਾਂ ਨਹੀਂ ਲੈ ਕੇ ਆਇਆ। तू जो कुछ कीता है गलत कीता है। तू भी गल सुन छोरे, ਅਸੀਂ नहीं चाहते कि साढ़े घर च होर तमाशा लगे। अगे बहुत तमाशा लग गया, मेरा दिल नहीं करता कि 4 घर होर सुनन। पहले तो मेरा दिल सी कि 2-4 जड़े तेन रख लईए बतौर मेहमान, पर नहीं, यह कम नहीं होना। नदीम जी अबू जी, तेन इसी वक्त अपनी गड्डी च बिठा और ये घर छोड़ के आ। ਅੱਬਾ ਜੀ ਬਸ, ਮੈਂ ਵੇਖਦਾ ਹੁਣ ਇਸ ਨੂੰ ਕੌਣ ਕੱਢਦਾ ਹੈ। ਇਹ ਮੇਰੀ ਸਵਾਣੀ ਹੈ, ਇਹ ਮੇਰੇ ਨਾਲ ਇਸੇ ਘਰ 'ਚ ਹੀ ਰਾਸੀ। ਬਹੁਤ ਹੋ ਗਿਆ ਡਰਾਮਾ, ਤੁਸੀਂ ਸਾਰਿਆਂ ਦੀ ਗੱਲਾਂ ਮੈਂ ਸੁਣ ਲਈਆਂ, ਲੇਕਿਨ ਇਹ ਹੁਣ ਇੱਥੇ ਹੀ ਰਹਿ ਗਈ। ਮੇਰੀ ਵਾਈਫ ਹੈ ਤੇ ਮੇਰੇ ਨਾਲ ਹੀ ਰਹੇਗੀ ਇਸੇ ਘਰ ਦੇ ਵਿੱਚ। ਅਮਜਦ, ਮੈਂ ਦੱਸਣਾ ਨੂੰ ਅੱਬਾ ਜੀ, ਤੇ ਹੁਣ ਧਮਕੀਆਂ ਤੇ ਆ ਗਿਆ। ਸਾਡੀ ਬਿੱਲੀ ਤੇ ਸਾਨੂੰ ਹੀ ਮਿਆਉ। ਚੱਲ ਆ ਨਾ, ਮੈਂ ਤੇ ਤੈਨੂੰ ਨਹੀਂ ਕਰਾਂ ਤੂੰ। नदीम, ला जा इनू, तेरे घर छाड़ा। ਚਲੋ ਆ ਬਾਬੀ। ਅੱਬੂ ਜੀ ਉਸ ਨਾਲ ਵਿਚਾਰੀ ਨਾਲ ਇਹ ਇਤਨਾ ਨਾ ਕਰਨਾ, ਹੁਣ ਤੁਸੀਂ ਘਰੋਂ ਹੀ ਕੱਟ ਛੱਡਿਆ ਹੈ। ਇੱਕ ਮਿੰਟ ਮੈਨੂੰ ਗੱਲ ਕਰਨ ਦਿਓ। ਅੱਬੇ ਹੋਰੀ ਫਿਰ ਗੁੱਸੇ ਹੋ ਜਾਸੇ ਹਨ। ਆਈ ਵਿਚਾਰੀ ਇਸ ਵਾਸਤੇ ਪਤਾ ਨਹੀਂ। तू खामोश रह, तेरा कोई कम नहीं बोलने का। ਅੱਬੂ ਜੀ ਜ਼ਾਹਿਰ ਹੈ ਤੁਸੀਂ ਅਮਜਦ ਦੇ ਅੱਬੂ ਤੇ ਮੈਂ ਵੀ ਤੁਹਾਨੂੰ ਅੱਬੂ ਹੀ ਕਵਾਂਗੀ। 1 ਮਿੰਟ ਸਿਰਫ ਅਮਜਦ ਨੂੰ ਬੁਲਾ ਲਓ, ਮੈਂ ਉਹਦੇ ਨਾਲ ਗੱਲ ਕਰਨੀ ਹੈ। छोरे, तू कोई नवा तमाशा बनाओगे मेरे घर च? ਮੈਂ ਕੋਈ ਤਮਾਸ਼ਾ ਨਹੀਂ ਲਾਣਾ ਚਾਹੁੰਦੀ, ਤੁਸੀਂ ਬਸ 1 ਮਿੰਟ ਬੁਲਾ ਦਿਓ, ਮੈਂ ਉਹਦੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ। मैनू दस दे की कहना है। ਗੱਲ ਤੁਹਾਡੇ ਸਾਹਮਣੇ ਹੀ ਹੋਏਗੀ, ਤੁਸੀਂ ਬੁਲਾਓ ਨਾ ਉਹਨੂੰ, ਫਿਰ ਮੈਂ ਚਲੀ ਜਾਵਾਂਗੀ। दिलावर, दिलावर, जा दिलावर नु कह हम तुम लेके आवे। ਜੀ ਅੱਬੂ ਜੀ, दस दे मैनू। ਗੱਲ ਜਿਹੜੀ ਵੀ ਹੋਈ ਨਾ ਮੈਂ ਅਮਜਦ ਨਾਲ ਕਰਾਂਗੀ, ਤੁਸੀਂ ਆਪੇ ਹੀ ਸੁਣ ਲੈਣਾ। हाँ जी अबू जी, अपनी स्वाणी दी गल सुन ले। ਹਾਂ ਰਿਮਸ਼ਾ, ਕੀ ਗੱਲ ਹੈ? ਗੱਲਾਂ ਕਰਨ ਤੋਂ ਤਾਂ ਬਹੁਤ ਜ਼ਿਆਦਾ ਗੱਲਾਂ ਨੇ ਮੇਰੇ ਕੋਲ, ਲੇਕਿਨ ਮੈਂ ਨਹੀਂ ਚਾਹੁੰਦੀ ਕਿ ਮੇਰੀ ਵਜ੍ਹਾ ਤੋਂ ਤੁਹਾਡੇ ਘਰ ਦਾ ਮਾਹੌਲ ਖਰਾਬ ਹੋ, ਕਿਉਂਕਿ ਤੇਰੀ ਇੱਜ਼ਤ ਮੈਨੂੰ ਬਹੁਤ ਜ਼ਿਆਦਾ ਅਜ਼ੀਜ਼ ਹੈ। ਉਹ ਇਸ ਵਾਸਤੇ ਕਿ ਮੈਂ ਤੇਰੇ ਨਿਕਾਹ 'ਚ ਹਾਂ, ਮੈਂ ਤੇਰੀ ਬੀਵੀ ਹਾਂ, ਤੂੰ ਮੇਰਾ ਸ਼ੌਹਰ ਹੈ। ਉਹ ਸ਼ੌਹਰ ਮਜਾਜ਼ੀ ਖੁਦਾ ਹੁੰਦਾ ਹੈ। ਅਮਜਦ, ਮੈਂ ਬੜੇ ਮਾਣ ਨਾਲ ਤੇਰੇ ਨਾਲ ਸ਼ਾਦੀ ਕੀਤੀ ਸੀ, ਲੇਕਿਨ ਮੈਨੂੰ ਤੇਰੇ ਤੇ ਤਵੱਕੋ ਨਹੀਂ ਸੀ। ਮੇਰੀ ਇੱਥੇ ਜਿਤਨੀ ਵੀ ਇੱਜ਼ਤ ਹੋ ਗਈ ਹੈ ਨਾ, ਉਹ ਕਾਫੀ ਹੈ। ਅੱਬੂ ਜੀ ਤੁਸੀਂ ਵੀ ਸੁਣ ਲਓ, ਤੇ ਭਾਈਜਾਨ ਤੁਸੀਂ ਵੀ ਕੰਨ ਖੋਲ ਕੇ ਸੁਣ ਲਓ। ਮੈਂ ਅਮਜਦ ਨਾਲ ਸ਼ਾਦੀ ਇਸ ਵਾਸਤੇ ਕੀਤੀ ਹੈ ਕਿਉਂਕਿ ਦਿਹਾਤਾਂ ਦੇ ਲੋਕ, ਪਿੰਡਾਂ ਦੇ ਲੋਕ ਮਹਿਮਾਨ ਨਵਾਜ਼ ਹੁੰਦੇ ਨੇ, ਗੈਰਤਮੰਦ ਇਨਸਾਨ ਹੁੰਦੇ ਨੇ ਤੇ ਇੱਜ਼ਤਦਾਰ ਹੁੰਦੇ ਨੇ। ਉਹਨਾਂ ਨੂੰ ਪਤਾ ਹੁੰਦਾ ਹੈ ਆਪਣੀ ਧੀਆਂ ਦੀ ਇੱਜ਼ਤਾਂ ਦਾ, ਆਪਣੀ ਬੀਵੀਆਂ ਦੀ ਇੱਜ਼ਤਾਂ ਦਾ। ਉਹਨਾਂ ਨੂੰ ਇਸ ਚੀਜ਼ ਦਾ ਬੜਾ ਖਿਆਲ ਹੁੰਦਾ, ਉਹ ਕਦਰ ਕਰਦੇ ਨੇ ਇਸ ਚੀਜ਼ ਦਾ, ਉਹ ਬੜਾ ਕਦਰ ਕਰਦੇ ਨੇ, ਲੇਕਿਨ ਆਪਣੀ ਜਾਨ ਕੁਰਬਾਨ ਕਰ ਦਿੰਦੇ ਨੇ। ਲੇਕਿਨ ਉਹਨਾਂ ਦੀ ਇੱਜ਼ਤ ਤੇ ਕੋਈ ਹਰਫ ਆਵੇ, ਇਹ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਦੇ। ਲੇਕਿਨ ਮੈਨੂੰ ਬੜੇ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਤੁਹਾਨੂੰ ਤਾਂ ਧੀ ਭੈਣ ਦੀ ਇੱਜ਼ਤ ਦਾ ਪਤਾ ਹੀ ਕੋਈ ਨਹੀਂ, ਤੁਹਾਨੂੰ ਤਾਂ ਇਸ ਚੀਜ਼ ਦਾ ਕੋਈ ਅਹਿਸਾਸ ਹੀ ਨਹੀਂ। ਮੈਂ ਤੁਹਾਡੀ ਨੂੰਹ ਆ, ਤੁਹਾਡੇ ਘਰ ਦੀ ਇੱਜ਼ਤ ਆ, ਤੁਹਾਡੇ ਭਰਾ ਦੀ, ਤੁਹਾਡੇ ਪੁੱਤ ਦੀ ਬੀਵੀ ਆ, ਲੇਕਿਨ ਤੁਹਾਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਹੈ। ਮੈਂ ਇਸ 4 ਦੀਵਾਰੀ 'ਚ ਆਈ ਆ ਤੇ ਤੁਸੀਂ ਮੇਰੀ ਕੀ ਇੱਜ਼ਤ ਕੀਤੀ। ਅਗਰ ਤੁਹਾਡੇ ਘਰ ਦਾ, ਤੁਹਾਡੇ ਖਾਨਦਾਨ ਦਾ ਇਹੀ ਰਿਵਾਜ ਹੈ ਕਿ ਧੀਆਂ ਨੂੰਹਾਂ ਨੂੰ ਐਵੇਂ ਜ਼ਲੀਲ ਕਰਕੇ ਕੱਢਿਆ ਜਾਂਦਾ ਹੈ, ਤੇ ਮੈਨੂੰ ਨਾ ਇਹ ਰਿਵਾਜ ਚਾਹੀਦਾ ਹੈ, ਨਾ ਇਹੋ ਜਿਹਾ ਖਾਨਦਾਨ, ਨਾ ਇਹੋ ਜਿਹਾ ਘਰ। ਅਮਜਦ ਸਾਹਿਬ, ਤੁਸੀਂ ਵੀ ਮੈਨੂੰ ਮਾਫ ਕਰ ਦੇਣਾ, ਮੈਂ ਹੁਣ ਹਮੇਸ਼ਾ ਵਾਸਤੇ ਜਾ ਰਹੀ ਹਾਂ। ਅੱਬਾ ਜੀ, ਇੱਕ ਗੱਲ ਮੈਂ ਵੀ ਕਰਨਾ ਚਾਹੁੰਦਾ। हाँ बोल, तू क्या आखना चाहना है? ਅੱਬਾ ਜੀ, ਸਾਡੀ ਵੀ ਜ਼ਿੰਦਗੀ ਹੋ ਗਈ ਹੈ, ਸਾਡੇ ਵੀ ਵਾਲ ਚਿੱਟੇ ਹੋ ਗਏ, ਲੋਕਾਂ 'ਚ ਰਹਿੰਦੇ ਆ ਬਹਿੰਦੇ ਆ, ਇਹ ਸਾਰੀ ਪੰਚਾਇਤ ਦੇ ਮਸਲੇ ਹੱਲ ਕਰਿੰਦੇ ਆ। ਲੇਕਿਨ ਇੱਕ ਗੱਲ ਹੈ, ਜਿਸ ਤਰ੍ਹਾਂ ਇਹ ਕੁੜੀ ਸੁਗੜ ਸਿਆਣੀਆਂ ਦਾ ਨਾ ਔਰ ਇਸ ਤਰ੍ਹਾਂ ਸਮਝਦਾਰ ਗੱਲਾਂ ਕਰ ਗਈ ਹੈ ਨਾ,
मैं कम से कम अपनी जिंदगी च कोई ऐसी सियाणी, कोई ऐसी अकलमंद, ऐसी बच्ची नहीं वेखी, ऐसी लड़की नहीं वेखी। अब्बा जी मैनू लगता है कि अल्लाह ने साढ़े घर च एक वक्त भेजा है। साढ़े रिवाज आजाबा ने, साड़ियाँ बदतमीजियां ने, साड़ी जेड़ी हठधर्मी ने साढ़े घर च वक्त चुक लिया। अब्बा जी अगर तुसी आखो तो मैं इस वक्त नू, इस अपनी नौं नू, भरजाई नू वापस बुला लवां। अब्बा जी ठीक कहना है पुत्र तू, जा ਉਹਨੂੰ ਲੈ ਆ। रिमशा भरजाई रिमशा भरजाई शाम ਦੇ ਟਾਈਮ ਤੇ ਪੰਛੀ ਵੀ ਵਾਪਸ ਆਪਣੇ ਘੌਂਸਲੇ 'ਚ ਆ ਜਾਂਦੇ ਨੇ, ਆਪਣੇ ਆਲਣੇ 'ਚ ਆ ਜਾਂਦੇ ਨੇ ਤੇ ਅਸੀਂ ਇਸ ਟਾਈਮ ਇਸ ਵਕਤ ਨੂੰ ਘਰੋਂ ਨਹੀਂ ਕੱਢ ਸਕਦੇ। भाईजान ਤੁਸੀਂ ਆਪੇ ਹੀ ਕੱਢਿਆ, ਮੈਂ ਤਾਂ ਤੁਹਾਨੂੰ ਛੋੜ ਕੇ ਨਹੀਂ ਗਈ। ਤੂੰ ਤੇਰੇ ਨਾਲ ਅਸੀਂ ਜ਼ਿਆਦਤੀ ਕੀਤੀ, ਲੇਕਿਨ ਤੂੰ ਇਹਦੇ ਬਾਵਜੂਦ ਇਤਨੇ ਅੱਛੇ ਤਰੀਕੇ ਨਾਲ ਸਾਨੂੰ ਸਮਝਾਇਆ। ਅਸਲ ਵਿੱਚ ਇਹੀ ਸਾਡੇ ਰਸਮ ਰਿਵਾਜ ਸੀ, ਇਹੀ ਕਦਰ, ਇਹੀ ਇੱਜ਼ਤ, ਇਹੀ ਧੀ ਭੈਣ ਦਾ ਇੱਕ ਮਹਿਮਾਨ ਨਿਵਾਜ਼ੀ। ਤੂੰ ਸਾਡੀ ਅੱਖਾਂ ਖੋਲਦੀ ਤੇਰੇ ਰਿਮਸ਼ਾ। प्लीज वापस आ जा, प्लीज आओ घर चलिए, आ जाओ। आ जाओ, ये हुण तुहाडा घर है। आ गई भाभी। ਅਸੀਂ ਤੇ ਇਹ ਭੁੱਲ ਹੀ ਗਏ ਸੀ ਕਿ ਅਸੀਂ ਆਪਣੇ ਵਕਤ ਨੂੰ ਕੱਢ ਕੇ ਸਾਡਾ ਜਿਹੜਾ ਇਹ ਰਸਮੋ ਰਿਵਾਜ, ਇਹ ਲੋਕ ਵਡੇਰੇ, ਇਹ ਸਾਡੇ ਜਿਤਨੇ ਬਿਰਾਦਰੀ ਦੇ ਵਿੱਚ ਸਾਡੀ ਕਿਤਨੀ ਇੱਕ ਇਨਸਲਟ ਹੋ ਜਾਣੀ ਸੀ, ਇਹ ਕਿਤਨੀ ਇੱਕ ਸਾਡੀ ਬੇਇੱਜ਼ਤੀ ਹੋ ਜਾਣੀ ਸੀ ਕਿ ਇੱਕ ਧੀ ਭੈਣ ਘਰ ਆਈ ਤੇ ਅਸੀਂ ਉਹਨੂੰ घर साड़ी नौ बन के आई थी, उन्होंने घर दे विच जगह ही नहीं दी। तो मेरा बेटा असल च ये रस्मो रिवाज से जो सानू याद कराए ने, असी बोल चुके सी, पटड़ी तो लै चुके सी। शुक्रिया बेटा, तुसीं हुण इत्थे रहना ते तुसीं हुण ये दसो बई शादी की तारीख तुसीं आप दसो ते असीं तुहानूं धूमधाम नाल विआह के लिआवांगे। ਮੇਰੇ ਕੋਲ ਕੀ ਪੁੱਛਦੇ ਹੋ, ਅਮਜਦ ਕੋਲ ਪੁੱਛੋ। 1 ਮਹੀਨੇ ਦੀ ਛੁੱਟੀ ਲੈ ਕੇ ਆਏ ਆ ਅਸੀਂ ਤੇ ਅਸੀਂ ਵਾਪਸ ਵੀ ਤੇ ਜਾਣਾ ਹੈ ਨਾ। ਨਾ ਪੁੱਤਰ ਨਾ, ਤੂੰ ਹੁਣ ਇੱਥੇ ਹੀ ਰਹਿਣਾ। ਅਮਜਦ ਜਾਂਦਾ ਤੇ ਜਾਵੇ, ਤੂੰ ਸਾਡੀ ਧੀ ਹੈ, ਸਾਡੀ ਇੱਜ਼ਤ है, तू ਹੁਣ ਸਾਡੇ ਕੋਲ ਹੀ रहेंगी। अस्सलाम वालेकुम नाज़रीन, जी मैं रिमशा हुसैन। कैसे हैं आप सब लोग? उम्मीद करती हूँ कि आप सब लोग खैरियत से होंगे। तो कैसी लगी आज की हमारी ये वीडियो? ये जी बनाई है हमने रिवाज पे। कुछ देहातों में कुछ लोग हैं जो अपनी पुरानी रिवायत को, अपनी रस्म व रिवाज को लेकर फिर रहे हैं, लेकिन कुछ लोग भूल चुके हैं इस चीज़ को। जैसे कि देहातों में बेटी की और बहू की बड़ी इज्जत की जाती है, और देहात के जो लोग होते हैं वो मेहमान नवाज बहुत होते हैं, एक दूसरे की इज्जत करना जानते हैं, प्यार करना जानते हैं, मोहब्बत वगैरह ये चीज़ें उनको पता होती हैं, रिश्तों की कदर का पता होता है। आप लोग जैसे कि देखिए कुछ लोग ये चीज़ भूल गए हैं। मेरा यानी कि मैं जो शादी करके आई, लेकिन मेरे ख़ानदान को भी पता था, मेरे घर वालों का भी पता था। हम लोगों ने शादी की, मैं कोई भाग के शादी नहीं की मैंने। ठीक है, एक बहू आ गई, लेकिन उसकी इज्जत करनी चाहिए थी। वो लोग इस चीज़ को भूल गए थे, लेकिन बाद में उन्हें इस चीज़ का ख्याल आया। ठीक है, हम लोगों ने शादी की है, लेकिन बाइज्जत तरीके से की, कोई भाग के नहीं मैं उसके साथ। उनको चाहिए था कि वो इस चीज़ की इज्जत करते, ना कि मुझे घर से निकाल देते। बस यही चीज़ हमने आपको दिखाई कि आप अपने रस्मों रिवाज को, इन चीज़ों को आप ख़त्म ना करें, इन चीज़ों को ना भूलें। यही चीज़ आपकी यानी कि इज्जत होती है। इन चीज़ों को आप लोग ख़त्म बिल्कुल ना होने दें। बस हमारा आपको यही दिखाने का मकसद था। अगर आपको हमारी ये स्टोरी अच्छी लगी हो तो लाजमी कमेंट कीजिएगा। हमारी वीडियोस को जितना हो सके लाइक किया करें, जितना हो सके शेयर किया करें। जाते जाते बड़ा टीवी जिंदाबाद, पाकिस्तान जिंदाबाद।